ਅੱਜ ਪੰਜਾਬ ਬਹੁਤ ਵੱਡੇ ਸੰਕਟ 'ਚ ਹੈ। ਬਿਜਲੀ ਦਾ ਸੰਕਟ ਹੈ। ਪਿਛਲੇ ਕਈ ਦਿਨਾਂ ਤੋਂ ਮੈਨੂੰ ਪੰਜਾਬ ਦੇ ਕੋਨੇ-ਕੋਨੇ ਤੋਂ ਕਈ ਵੱਡੇ ਇੰਡਸਟਰੀਜ਼, ਛੋਟੇ ਇੰਡਸਟਰੀਜ਼, ਵਪਾਰੀਆਂ ਦੇ ਟੈਲੀਫੋਨ ਆ ਰਹੇ ਹੈ ਕਿ ਸਾਨੂੰ ਬਚਾਓ, ਸਾਨੂੰ ਜਿਹੜੇ ਆਰਡਰ ਮਿਲੇ ਸੀ ਉਹ ਸਾਰੇ ਕੈਂਸਲ ਹੋ ਰਹੇ ਹੈ ਕਿਉਂਕਿ ਸਾਡੀਆਂ ਫੈਕਟਰੀਆਂ ਬਿਜਲੀ ਨਾ ਆਉਣ ਕਰਕੇ ਬੰਦ ਹੋ ਗਈਆਂ। ਕਰੋੜਾਂ ਅਰਬਾਂ ਦਾ ਨੁਕਸਾਨ ਹੋਣ ਜਾ ਰਿਹਾ ਪੰਜਾਬ ਦੀ ਇੰਡਸਟਰੀ ਦਾ। ਜੇ ਪੰਜਾਬ ਦੀ ਇੰਡਸਟਰੀ ਤੁਹਾਨੂੰ ਆਪ ਹੀ ਪਤਾ ਹੈ ਪਿਛਲੇ 1.5 ਸਾਲਾਂ 'ਚੋਂ ਮੁਸ਼ਕਿਲ 'ਚ ਹੈ। ਪਹਿਲੇ ਕੋਵਿਡ ਕਰਕੇ ਸਾਰੀ ਇੰਡਸਟਰੀ ਬੰਦ ਸੀ ਅਤੇ ਹੁਣ ਕੈਪਟਨ ਨੇ ਬਿਜਲੀ ਕਰਕੇ ਕਰ ਦਿੱਤੀ। ਬਿਜਲੀ ਦੀ ਸਮੱਸਿਆ ਕੀ ਹੈ? ਬਿਜਲੀ ਦੀ ਸਮੱਸਿਆ ਹੈ ਕਿ ਬਿਜਲੀ ਆਪਣੇ ਕੋਲ ਪੂਰੀ ਹੈ ਹੀ ਨਹੀਂ। ਹਰ ਸਾਲ 500 ਮੈਗਾਵਾਟ ਬਿਜਲੀ ਦੀ ਡਿਮਾਂਡ ਵੱਧਦੀ ਹੈ। ਪਿਛਲੇ 4.5 ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵੀ ਥਰਮਲ ਪਲਾਂਟ ਨਹੀਂ ਲਾਇਆ ਜਾਂ ਕੋਈ ਆਪਣਾ ਸੋਲਰ ਪਲਾਂਟ ਨਹੀਂ ਲਾਇਆ, ਜਿਹਦੇ ਕਰਕੇ ਜੋ ਅਸੀਂ ਸਰਪਲਸ ਕਰਕੇ ਗਏ ਸੀ ਹੁਣ ਉਹ ਸ਼ਾਰਟੇਜਸ ਹੋ ਗਈਆਂ। ਵੱਡੀ ਗੱਲ ਇੱਕ ਹੋਰ ਵੀ ਕੀਤੀ ਕੈਪਟਨ ਨੇ, ਜਿਹੜੇ ਸਰਕਾਰੀ ਥਰਮਲ ਪਲਾਂਟ ਸੀ ਉਹ ਵੀ ਬੰਦ ਕਰਤੇ। ਬਠਿੰਡੇ ਦਾ ਥਰਮਲ ਪਲਾਂਟ ਬੰਦ ਕਰਤਾ, ਹੁਣ ਤੁਹਾਡਾ ਆਪਣੇ ਰੋਪੜ ਵਾਲੇ ਥਰਮਲ ਪਲਾਂਟ ਬੰਦ ਕਰ ਦਿੱਤਾ ਅਤੇ ਹੋਰ ਸ਼ਾਰਟੇਜ ਵੱਧ ਗਈ। ਆਹ ਤਾਂ ਬਚਾਅ ਆਪਣਾ ਇਸ ਗੱਲ ਦਾ ਹੈ ਕਿ 4,500 ਮੈਗਾਵਾਟ ਬਿਜਲੀ ਦੇ ਥਰਮਲ ਪਲਾਂਟ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਲਾਏ, ਉਹ ਵੀ ਸਭ ਤੋਂ ਸਸਤੇ ਲਾਏ, 2 ਰੁਪਏ 80 ਪੈਸੇ ਬਿਜਲੀ ਰੇਟ 'ਤੇ, ਜਿਹਦੇ ਕਰਕੇ ਆਪਣਾ ਥੋੜ੍ਹਾ ਮੋਟਾ ਬਚਾਇਆ। ਜੇ ਉਹ ਨਾ ਲੱਗਦੇ ਹੁੰਦੇ ਤਾਂ ਅੱਜ ਆਪਣਾ ਸਾਰਾ ਪੰਜਾਬ ਬੰਦ ਹੋਣਾ ਸੀ। ਇੰਡਸਟਰੀ ਨੂੰ ਮਸਾਂ 5-7 ਦਿਨ ਹਫ਼ਤੇ 'ਚ ਬਿਜਲੀ ਆਉਣੀ ਸੀ। ਇਹ ਜਿਹੀ ਹਾਲਾਤ ਬਣ ਜਾਣੀ ਸੀ ਜੇ ਉਹ ਮਿਹਨਤ ਸ਼੍ਰੋਮਣੀ ਅਕਾਲੀ ਦਲ ਨਹੀਂ ਕਰਦੀ। ਵੱਡੀ ਗੱਲ ਹੈ, ਕੈਪਟਨ ਸਾਹਿਬ ਹਰ ਵਾਰ ਕਹਿੰਦੇ ਕੁਛ ਹੈ, ਕਰਦੇ ਕੁਛ ਹੈ। ਕੈਪਟਨ ਸਾਹਿਬ ਨੇ ਵਾਅਦਾ ਕੀਤਾ ਕਿ ਮੈਨੂੰ ਯਾਦ ਹੈ ਕਿ ਮੈਂ 5 ਰੁਪਏ ਯੂਨਿਟ ਇੰਡਸਟਰੀ ਨੂੰ ਦਊਂਗਾ। ਕੈਪਟਨ ਸਾਹਿਬ ਕਿੱਥੇ ਗਿਆ ਵਾਅਦਾ ਤੁਹਾਡਾ? ਅੱਜ ਇੰਡਸਟਰੀ ਦੇ ਸਾਰੇ ਟੈਲੀਫੋਨ ਆ ਰਹੇ ਹੈ, ਉਹਨਾਂ ਨੂੰ 10 ਰੁਪਏ ਯੂਨਿਟ ਤੁਸੀਂ ਦੇ ਰਹੇ ਹੋ ਬਿਜਲੀ। ਕਿੱਡਾ ਵੱਡਾ ਨੁਕਸਾਨ। ਪਹਿਲੇ 5 ਦੀ ਜਗ੍ਹਾ 10 ਰੁਪਏ ਯੂਨਿਟ ਲੈ ਰਹੇ ਹੈ। ਦੂਜੀ ਗੱਲ, ਬਿਜਲੀ ਆ ਨਹੀਂ ਰਹੀ, ਉਹਨਾਂ ਦੀ ਫੈਕਟਰੀਆਂ ਬੰਦ ਹੈ, ਉਹਨਾਂ ਦੇ ਆਰਡਰ ਬੰਦ ਹੋ ਗਏ। ਕਿਵੇਂ ਬਚੂਗੀ ਪੰਜਾਬ ਦੀ ਇੰਡਸਟਰੀ? ਕਿਵੇਂ ਬਚੂਗਾ ਪੰਜਾਬ ਦਾ ਟ੍ਰੇਡ? ਇਸ ਕਰਕੇ ਮੈਂ ਅਪੀਲ ਕਰਦਾ ਕੈਪਟਨ ਸਾਹਿਬ ਨੂੰ, ਤੁਸੀਂ ਖਜ਼ਾਨੇ 'ਚੋਂ ਪੈਸਾ ਕੱਢ ਕੇ ਜਿੱਥੋਂ ਵੀ ਬਿਜਲੀ ਮਿਲਦੀ ਹੈ ਬਿਜਲੀ ਲਓ, ਤਾਂ ਹੀ ਆਪਣੀ ਪੰਜਾਬ ਦੀ ਇੰਡਸਟਰੀ ਬਚੂਗੀ। ਦੇਖੋ, ਕਾਂਗਰਸ ਦਾ ਤਾਂ ਆਹ ਹਾਲ ਹੋਇਆ ਪਿਆ ਹੈ ਕਿ 4.5 ਸਾਲ ਇਹਨਾਂ ਦੀ ਕਾਰਗੁਜ਼ਾਰੀ ਇੰਨੀ ਮਾੜੀ ਰਹੀ ਹੈ ਕਿ ਸਰਕਾਰ ਦਾ ਤਾਂ ਜਿਹੜਾ ਭੱਠਾ, ਜਿਵੇਂ ਬਿਜਲੀ ਦਾ ਭੱਠਾ ਬੈਠ ਗਿਆ, ਸਰਕਾਰ ਦਾ ਭੱਠਾ ਇਉਂ ਬੈਠਾ ਕਿ ਲੋਕੀ ਤਾਂ ਜਿਹੜੇ ਕਹਿ ਰਹੇ ਕਾਰਗੁਜ਼ਾਰੀ ਮਾੜੀ ਹੈ, ਹੁਣ ਕਾਂਗਰਸੀ ਖੁਦ ਗੁੱਤੋ ਗੁੱਤੀ ਹੋਏ ਨੇ ਕਿ ਇੰਨੀ ਮਾੜੀ ਕਾਰਗੁਜ਼ਾਰੀ, ਇਹਨੂੰ ਲਾਓ ਅਤੇ ਇਹਨੂੰ ਬਿਠਾਓ। ਤਾਂ ਕੈਪਟਨ ਸਾਹਿਬ ਨੇ ਪੰਜਾਬ ਨੂੰ ਛੱਡ ਕੇ, ਲੋਕਾਂ ਨੂੰ ਛੱਡ ਕੇ, ਸਾਰੇ ਜਣੇ ਦਿੱਲੀ ਬੈਠੇ ਹੋਏ ਨੇ ਆਪਦੀ ਕੁਰਸੀ ਬਚਾਉਣ ਵਾਸਤੇ। ਅਤੇ ਕੁਰਸੀ 'ਚ ਬਣਨ ਦਾ ਇੱਕੋ ਹੀ ਕਾਰਨ ਹੈਗਾ ਕਿ ਪਿਛਲੇ 5 ਮਹੀਨੇ 'ਚ ਜਿਵੇਂ 4.5 ਸਾਲਾਂ 'ਚ ਲੁੱਟਿਆ ਹੈ, ਹੁਣ ਜਿੱਥੇ ਹੱਥ ਲੱਗਦਾ ਹੈ, ਜੋ ਹੱਥ ਲੱਗਦਾ ਹੈ, 300 ਫੁੱਟ ਤੁਸੀਂ ਨਹਿਰਾਂ ਹੀ ਤੋਂ ਪੱਟ ਦਿਓ ਰੇਤਾ, ਅਤੇ ਬ੍ਰਿਜ ਹੀ ਉਸ ਹਾਲਤ 'ਚ ਲਿਆਓ ਕਿ ਬ੍ਰਿਜ ਹੀ ਬਹਿ ਸਕਦਾ ਹੈ, ਅਤੇ ਪੂਰੇ ਪੰਜਾਬ 'ਚ ਪਾਣੀ। ਤੋਂ ਇਸ ਹਾਲਤ 'ਚ ਇਹਨਾਂ ਦੀ ਕਰਪਸ਼ਨ ਦਾ ਇਹ ਲੈਵਲ ਤਾਈਂ ਪਹੁੰਚ ਗਏ ਨੇ ਕਿ ਬਸ ਲੁੱਟੋ, ਪੈਸੇ ਕਮਾਓ, ਅਤੇ ਲੋਕਾਂ ਨੂੰ ਤਾਂ ਆਪਣੇ ਹਾਲ 'ਚ ਆਪਾਂ ਦੇਖਿਆ, ਭਾਵੇਂ ਕੋਵਿਡ ਹੋਏ, ਭਾਵੇਂ ਰੇਤਾ ਹੋਏ, ਭਾਵੇਂ ਨਜਾਇਜ਼ ਸ਼ਰਾਬ ਹੋਏ ਜਾਂ ਬਿਜਲੀ ਹੋਏ, ਤੁਸੀਂ ਦੇਖਿਆ ਕਿ ਪੰਜਾਬ ਦਾ ਕਿਸ ਹਾਲ 'ਚ ਪੰਜਾਬ ਚੱਲ ਰਿਹਾ। ਬੀਬੀ ਜੀ, ਬਿਜਲੀ ਦੀ ਗੱਲ ਕੀਤੀ ਆ, ਨਵਜੋਤ ਸਿੱਧੂ ਨੇ ਇੱਕ ਟਵੀਟ ਕੀਤਾ ਕਿ ਬਾਦਲਾਂ ਦੇ ਕਾਰਨ ਅੱਜ ਜੋ ਬਾਦਲਾਂ ਨੇ ਕੰਡੇ ਬੀਜੇ ਸੀ, ਪੰਜਾਬ ਭੁਗਤ ਚੁੱਕ ਰਿਹਾ ਉਹਨਾਂ ਕੰਡਿਆਂ ਨੂੰ ਬਿਜਲੀ ਦੇ ਕਾਰਨ। ਅਤੇ ਬਾਦਲਾਂ ਦੇ ਕਾਰਨ ਜੇ ਭੁਗਤ ਰਿਹਾ, ਅਤੇ ਫਿਰ ਬਾਦਲਾਂ ਦੇ ਸਮੇਂ 'ਚ 24 ਘੰਟੇ ਬਿਜਲੀ ਘਰਾਂ 'ਚ ਅਤੇ 8 ਘੰਟੇ ਬਿਜਲੀ ਖੇਤਾਂ 'ਚ ਬਿਨਾਂ ਇੱਕ ਕੱਟ ਦੇ 10 ਸਾਲ ਬਾਦਲ ਕਿਵੇਂ ਦਿੰਦੇ ਰਹੇ ਜੇ ਕੰਡੇ ਉਹ ਬੀਜੇ ਸੀ। ਜਿਨ੍ਹਾਂ ਨੇ ਬਿਜਲੀ ਵਧਾਈ, ਆਮੋ ਆਮ ਕੀਤੀ, ਅੱਜ ਜਿਨ੍ਹਾਂ ਨੇ ਬਿਜਲੀ ਦੇ ਕੱਟ ਲਾਤੇ, ਅੱਜ ਉਹਨਾਂ ਨੂੰ ਦੋਸ਼ੀ ਫਿਰ। ਦੂਜੀ ਗੱਲ, ਜੇ ਇਲਜ਼ਾਮ ਜਿਹੜੇ ਲਾ ਰਹੇ ਨੇ, ਇਹਨਾਂ ਨੂੰ ਤਾਂ ਪਾਵਰ ਮਿਨਿਸਟਰੀ ਕੈਪਟਨ ਸਾਹਿਬ ਦੇ ਰਹੇ ਸੀਗੇ। ਜੇ ਅਸੀਂ ਕੁਝ ਮਾੜਾ ਕੀਤਾ ਸੀ ਫਿਰ ਆ ਕੇ ਸੁਧਾਰ ਕਿਉਂ ਨਹੀਂ ਕੀਤਾ? ਹਕੀਕਤ ਆ ਹੈਗੀ ਕਿ ਬਾਦਲ ਸਰਕਾਰ ਨੇ ਜਿੱਥੇ 50 ਸਾਲ 'ਚ 6,000 ਮੈਗਾਵਾਟ ਬਿਜਲੀ ਦੀ ਪੈਦਾਵਾਰ ਪੰਜਾਬ 'ਚ ਸੀਗੀ, ਜਿਹੜੇ ਅੱਜ ਦੇ ਹਾਲਾਤ ਨੇ ਇਸ ਤੋਂ ਵੱਧ ਕੱਟ 2007 'ਚ ਲੱਗਦੇ ਸੀ, ਅਤੇ ਅਸੀਂ ਲੋਕਾਂ ਨੂੰ ਵਾਅਦਾ ਕੀਤਾ ਸੀ ਕਿ ਤੁਸੀਂ ਬਾਦਲ ਸਰਕਾਰ ਬਣਾਓ, ਅਸੀਂ ਬਿਜਲੀ ਆਮੋ ਆਮ ਕਰ ਦਾਂਗੇ। ਅਤੇ ਆਨਸਾਰ 2 ਸਾਲ ਮਿਹਨਤ ਕੀਤੀ, ਉਸ ਮਿਹਨਤ ਦੇ ਸਦਕਾ 6,000 ਮੈਗਾਵਾਟ ਵਾਲੇ ਸੂਬੇ ਨੂੰ 13,000 ਮੈਗਾਵਾਟ ਬਿਜਲੀ ਦੀ ਪੈਦਾਵਾਰ ਵਧਾਈ, ਅਤੇ ਲੋਕਾਂ ਦੇ ਜਨਰੇਟਰ ਅਤੇ ਇਨਵਰਟਰ ਸਾਰੇ ਖਤਮ ਕਰ ਦਿੱਤੇ, ਬਿਜਲੀ ਦੇ ਕੱਟ ਖਤਮ ਕਰ ਦਿੱਤੇ। ਅਤੇ ਇਸ ਕਾਂਗਰਸ ਦੀ ਸਰਕਾਰ ਨੇ ਪਿਛਲੇ 4.5 ਸਾਲਾਂ 'ਚ 1 ਮੈਗਾਵਾਟ ਐਡ ਕੀ ਕਰਨਾ ਹੈ? ਜਿਹੜੇ ਚਲਦੇ ਚਲਾਏ ਬਿਜਲੀ ਦੇ ਥਰਮਲ ਪਲਾਂਟਸ ਹੈ, ਭਾਵੇਂ ਬਠਿੰਡੇ ਦੇ ਸੀਗੇ, ਭਾਵੇਂ ਤਲਵੰਡੀ ਸਾਬੋ ਦੇ, ਰਾਜਪੁਰੇ ਦੇ, ਸਾਰੇ ਬੰਦ ਕਰਤੇ।
ਹਕੀਕਤ ਹੈ ਕਿ ਬਿਜਲੀ ਪੈਦਾ ਕੀ ਕਰਦੀ, ਬਿਜਲੀ ਪੈਦਾਵਾਰ ਹੀ ਘਟਾ ਦਿੱਤੀ, ਜਿਹਦੇ ਕਰਕੇ ਅੱਜ ਕੱਟ ਲੱਗ ਰਹੇ ਨੇ। ਤੇ ਬਿਜਲੀ ਦਾ ਜਿਹੜੇ ਕੀਮਤ ਹੈ, ਅਸੀਂ 5 ਰੁਪਏ ਦਿੰਦੇ ਸੀ, ਇਹਨਾਂ ਨੇ 10 ਰੁਪਏ ਤਾਈਂ ਪਹੁੰਚਾਤਾ, ਨਾਲੇ ਬਿਜਲੀ ਵੀ ਗਈ ਨਾਲੇ ਰੇਟ ਵੀ ਵਧਾਤੇ। ਇਹ ਦੇਣ ਹੈਗੀ। ਤੇ ਹੁਣ ਸਿਆਸੀਕਰਨ ਕਰਕੇ ਲੋਕਾਂ ਦਾ ਧਿਆਨ ਭਟਕਾਉਣ ਵਾਸਤੇ ਇਹ ਸਾਰੀ ਗੱਲਾਂ ਕੀਤੀਆਂ ਜਾ ਰਹੀਆਂ ਨੇ। ਬੀਬੀ ਜੀ, ਕੇਂਦਰ ਸਰਕਾਰ ਵੱਲੋਂ ਲਗਾਤਾਰ ਪੈਟਰੋਲ ਡੀਜ਼ਲ ਦੀਆਂ ਤੇ ਰਸੋਈ ਗੈਸ ਦੀਆਂ ਕੀਮਤਾਂ ਦੇ ਵਿੱਚ ਵਾਧਾ ਕੀਤਾ ਜਾ ਰਿਹਾ ਤੇ ਲੋਕਾਂ ਨੇ ਜਿਹੜਾ ਰਾਤ-ਰਾਤ ਕਰ ਰਹੇ ਨੇ। ਬਿਲਕੁਲ ਸਹੀ ਗੱਲ ਹੈ। ਇਹ ਭਾਵੇਂ ਭਾਜਪਾ ਦੀ ਸਰਕਾਰ ਹੋਏ ਭਾਵੇਂ ਕਾਂਗਰਸ ਦੀ ਸਰਕਾਰ ਹੋਏ, ਇਹਨਾਂ ਨੂੰ ਲੋਕਾਂ ਨਾਲ ਕੋਈ ਮਤਲਬ ਨਹੀਂ ਹੈ। ਇਹ ਜੁਮਲਿਆਂ ਦੀ ਸਰਕਾਰ ਹੈ ਤੇ ਝੂਠੀ ਸੌਆਂ ਦੀ ਸਰਕਾਰ ਹੈਗੀ। ਅੱਜ ਜਿੱਥੇ ਕੇਂਦਰ ਦੀ ਸਰਕਾਰ ਨੇ 100 ਰੁਪਏ ਡੀਜ਼ਲ ਤਾਈਂ ਰੇਟ ਪਹੁੰਚਾ ਦਿੱਤੇ ਨੇ, ਪੈਟਰੋਲ ਡੀਜ਼ਲ ਦੇ ਰੇਟ 100 ਰੁਪਏ ਤਾਈਂ ਪਹੁੰਚੇ ਹੋਏ ਨੇ। ਇੰਨੇ ਰੇਟ ਕਦੇ ਇਤਿਹਾਸ 'ਚ ਨਹੀਂ ਵਧੇ। ਉੱਥੇ ਕਾਂਗਰਸੀ ਸਰਕਾਰ ਨੇ ਜਿੱਥੇ ਇੱਕ ਪਾਸੇ ਬਿਜਲੀ ਗੁੱਲ ਕਰਤੀ, ਬੰਦਾ ਜਨਰੇਟਰ ਤੱਕ ਨਹੀਂ ਚਲਾ ਸਕਦਾ ਕਿਉਂਕਿ ਅੱਜ ਪੈਟਰੋਲ ਡੀਜ਼ਲ ਇੰਨਾ ਮਹਿੰਗਾ ਹੈ। ਤੇ ਸਭ ਤੋਂ ਵੱਧ ਟੈਕਸ ਜੇ ਕਿਸੇ ਸੂਬੇ ਵਿੱਚ ਲੱਗ ਰਿਹਾ ਪੈਟਰੋਲ ਡੀਜ਼ਲ 'ਚ, ਉਹ ਪੰਜਾਬ ਸਰਕਾਰ ਲਗਾ ਰਹੀ ਹੈ। ਜੇ ਮਾੜੀ ਮੋਟੀ ਵੀ ਸ਼ਰਮ ਦੋਨੋਂ ਸਰਕਾਰਾਂ 'ਚ ਹੁੰਦੀ, ਕੈਪਟਨ ਸਾਹਿਬ ਕਹਿੰਦੇ ਮੈਂ ਬਿਜਲੀ ਨਹੀਂ ਦੇ ਸਕ ਰਿਹਾ, ਮੈਂ 10 ਰੁਪਏ ਪੈਟਰੋਲ ਡੀਜ਼ਲ ਦੀ ਕੀਮਤ ਹੀ ਮੈਂ ਘਟਾ ਦਿੰਦਾ ਤਾਂ ਕਿ ਤੁਸੀਂ ਆਪ ਦਾ ਜਨਰੇਟਰ ਚਲਾ ਸਕੋ। ਜੇ ਭਾਜਪਾ ਸਰਕਾਰ 'ਚ ਮਾੜੀ ਮੋਟੀ ਸ਼ਰਮ ਹੁੰਦੀ ਤੇ ਉਹ ਵੀ ਇਸ ਜਿੱਥੇ ਹਰ ਚੀਜ਼ ਦੀ ਮਹਿੰਗਾਈ ਵੱਧ ਗਈ, ਖਾਣ ਪੀਣ ਦੀ ਚੀਜ਼ਾਂ ਜਿਹਦੀ ਗੱਲ ਕਰੋ, ਅੱਜ ਮਹਿੰਗਾਈ ਅਸਮਾਨ ਛੂ ਰਹੀ ਹੈ। ਆਮ ਗਰੀਬ ਬੰਦਾ ਆਪਣਾ ਟਾਈਮ ਪਾਸ ਵੀ ਨਹੀਂ ਕਰ ਸਕ ਰਿਹਾ, ਭੁੱਖੇ ਲੋਕੀ ਮਰ ਰਹੇ ਨੇ। ਜੇ ਮਾੜੀ ਮੋਟੀ ਸ਼ਰਮ ਹੁੰਦੀ 5-7 ਰੁਪਏ ਉਹ ਘਟਾ ਦਿੰਦੇ, 10 ਰੁਪਏ ਕੈਪਟਨ, 20 ਰੁਪਏ ਜੇ ਘਟ ਜਾਂਦੀ ਕੀਮਤਾਂ, ਤੇ ਅੱਜ ਦੇਸ਼ ਤੇ ਪੰਜਾਬ ਦੇ ਹਾਲਾਤ ਬਿਲਕੁਲ ਫਰਕ ਹੁੰਦੇ ਤੇ ਲੋਕਾਂ ਦਾ ਬੋਝ ਘਟਿਆ ਹੁੰਦਾ। ਲੇਕਿਨ ਇਹ ਦੋਨੋਂ ਬੇਸ਼ਰਮਾ ਸਰਕਾਰਾਂ ਨੇ ਕੱਲੇ ਝੂਠ ਮਾਰਨਾ ਹੈ ਤੇ ਸੱਤਾ ਵਿੱਚ ਆਣਾ ਹੈ ਤੇ ਸੱਤਾ ਵਿੱਚ ਆ ਕੇ ਲੋਕਾਂ ਦੀ ਤਕਲੀਫਾਂ ਭੁੱਲ ਜਾਣੀਆਂ ਨੇ। ਤੁਹਾਡੀ ਸਰਕਾਰ ਨੇ ਗ੍ਰਾਂਟ ਦਿੱਤੀ ਹੈ, ਤੁਸੀਂ ਮੈਮ ਤੁਹਾਡੀ ਸਰਕਾਰ ਨੇ ਕਿਸਾਨਾਂ ਵਾਸਤੇ ਇੰਨਾ ਕੁਝ ਕੀਤਾ ਹੈ। ਅਗਰ ਤੁਹਾਡੀ ਸਰਕਾਰ 2022 ਦੇ ਵਿੱਚ ਆਈ ਕਿ ਤੁਸੀਂ ਬਿੱਲ ਰੱਦ ਕਰਵਾਓਗੇ ਜਾਂ ਨਹੀਂ? ਕਿਹੜੇ ਬਿੱਲ? ਜਿਹੜੇ ਬਿੱਲ ਕਿਸਾਨਾਂ ਦੇ ਬਿੱਲ। ਜਿਸ ਕਿਸਾਨਾਂ ਦੇ ਬਿੱਲ ਨੂੰ ਰੱਦ ਕਰਾਉਣ ਵਾਸਤੇ ਜਿੱਥੇ ਮੇਰੀ ਸੁਣੀ ਨਹੀਂ ਗਏ, ਉਸ ਕੁਰਸੀ ਨੂੰ ਲੱਤ ਮਾਰਿਆ, 35 ਸਾਲ ਦੇ ਪੁਰਾਣੇ ਰਿਸ਼ਤੇ ਨੂੰ ਤੋੜਤਾ। ਤੇ ਮੈਂ ਆ ਵੀ ਦਾਅਵੇ ਨਾਲ ਕਹਿ ਸਕਦੀ ਹਾਂ ਕਿ ਜੇ ਅੱਜ ਬਾਦਲ ਸਾਹਿਬ ਦੀ ਸਰਕਾਰ ਹੁੰਦੀ ਕੈਪਟਨ ਦੀ ਥਾਂ, ਤੇ ਪਹਿਲੀ ਗੱਲ ਇਹ ਬਿੱਲ ਆਣੇ ਹੀ ਨਹੀਂ ਸੀਗੇ। ਕੈਪਟਨ ਸਾਹਿਬ ਉਸ ਕਮੇਟੀ ਦੇ ਮੈਂਬਰ 2019 'ਚ ਬਣੇ ਬੈਠੇ ਸੀ ਜਦ ਇਹ ਬਿੱਲਾਂ ਦੀ ਗੱਲ ਚਰਚਾ ਚੱਲ ਰਹੀ ਸੀਗੀ। ਉਹਨਾਂ ਨੇ ਨਾ ਤਾਂ ਪੈਰਵਾਈ ਕੀਤੀ, ਜਦ ਬਿੱਲ ਆਇਆ ਤਾਂ ਵੀ ਪੈਰਵਾਈ ਨਹੀਂ ਕੀਤੀ। ਇਹਨਾਂ ਦੇ ਬੰਦੇ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਕਾਂਗਰਸ ਪਾਰਟੀ ਨੇ ਵੋਟ, ਆਮ ਆਦਮੀ ਪਾਰਟੀ, ਕਾਂਗਰਸ ਪਾਰਟੀ ਸਾਰੇ ਵਾਕਆਊਟ ਕਰ ਗਏ ਸੀ ਜਦ ਵੋਟ ਪਈ ਸੀ। ਸੁਖਬੀਰ ਜੀ ਤਾਂ ਮੈਂ ਬੈਠ ਕੇ ਅਸਤੀਫਾ ਦੇ ਕੇ ਖਿਲਾਫ ਵੋਟ ਪਾ ਕੇ ਆਏ ਸੀਗੇ। ਨਾ ਤਾਂ ਪੈਰਵਾਈ ਕੀਤੀ ਤੇ ਹੁਣ 8 ਮਹੀਨੇ ਤੋਂ 500 ਕਿਸਾਨ ਮਰ ਗਏ ਨੇ। ਕਿੰਨੀ ਵਾਰੀ ਕੈਪਟਨ ਸਾਹਿਬ ਦਿੱਲੀ ਜਾ ਕੇ ਇਹਨਾਂ ਬਿੱਲਾਂ ਦੀ ਚਰਚਾ ਕਰਕੇ ਆਏ ਨੇ, ਕਿੰਨੀ ਵਾਰੀ ਉੱਥੇ ਕਿਸਾਨਾਂ ਨੂੰ ਮਿਲ ਕੇ ਆਏ ਨੇ। ਕੀ ਕਿਸਾਨਾਂ ਦੇ ਨਾਲ ਕੀ ਖੜੇ ਨੇ? ਜਿਹੜੇ ਕਿਸਾਨ ਸ਼ਹੀਦ ਹੋ ਗਏ ਨੇ ਉਹਨਾਂ ਦੇ ਪਰਿਵਾਰਾਂ ਨੂੰ ਜਿਹੜੀ ਨੌਕਰੀ ਦੇਣ ਦੀ ਗੱਲ ਤੇ 10 ਲੱਖ ਰੁਪਏ ਦੇਣ ਦੀ ਗੱਲ ਕਰ, ਕਿੰਨੇ ਪਰਿਵਾਰਾਂ ਨੂੰ ਮਿਲਿਆ ਨੇ? ਇਹ ਕੱਲੇ ਡਰਾਮੇ ਕਰਦੇ ਨੇ, ਝੂਠ ਮਾਰਦੇ ਨੇ, ਗੁੰਮਰਾਹ ਕਰਦੇ ਨੇ। ਸ਼੍ਰੋਮਣੀ ਅਕਾਲੀ ਦਲ ਦੀ ਜੇ ਸਰਕਾਰ ਹੁੰਦੀ, ਬਾਦਲ ਸਾਹਿਬ ਨੇ 6 ਮਹੀਨੇ ਤੇ ਕੀ 6 ਹਫ਼ਤੇ ਨਹੀਂ ਟੱਪਣ ਦੇਣੇ ਸੀ। ਇਹ ਬਿੱਲ ਸਭ ਤੋਂ ਪਹਿਲੇ ਆਂਦਾ ਹੀ ਨਹੀਂ, ਤੇ ਆਂਦਾ ਵੀ ਤਾਂ 6 ਦਿਨਾਂ ਦੇ ਅੰਦਰ ਇਹਨਾਂ ਨੇ ਵਾਪਸ ਕਰਾਣੇ ਸੀਗੇ। ਲੇਕਿਨ ਅਫਸੋਸ ਕਿ ਇਹੋ ਜਿਹੇ ਲੋਕਾਂ ਨੂੰ ਤਾਂ ਪਾਸੇ ਕੀਤਾ ਹੋਇਆ ਹੈ ਤੇ ਜਿਹੜਾ ਕੰਮਕਾਜ ਚੱਲ ਰਿਹਾ ਉਹ ਤੁਹਾਡੇ ਸਾਹਮਣੇ ਹੈ। ਬੀਬਾ ਜੀ, ਇੱਕ ਗ੍ਰਾਂਟ ਦਿੱਤੀ ਅੱਜ ਜ਼ਿਲ੍ਹਾ ਪ੍ਰਸ਼ਾਸਨ ਨੂੰ ਕੀ ਗ੍ਰਾਂਟ ਦਿੱਤੀ ਹੈ, ਕੀ ਕਹਿਣਾ ਚਾਹੋਗੇ? ਸੋ ਇੱਥੇ ਜਿਵੇਂ ਆਪਾਂ ਦੇਖਿਆ ਕਿ ਪੰਜਾਬ 'ਚ ਜਦ ਕਰੋਨਾ ਹੋਇਆ ਸਭ ਤੋਂ ਵੱਧ ਮੌਤਾਂ ਹੋਈਆਂ, ਤੇ ਇਸ ਬੇਸ਼ਰਮ ਸਰਕਾਰ ਨੇ ਇਹਨਾਂ ਮੌਤਾਂ ਨੂੰ ਰੋਕਣ ਵਾਸਤੇ ਜਿਹੜਾ ਇੱਕੋ ਇੱਕ ਤਰੀਕਾ ਕਿ ਵੈਕਸੀਨ ਦੇ ਨਾਲ ਲੋਕਾਂ ਦੀ ਜਾਨਾਂ ਬਚ ਸਕਦੀਆਂ। ਆਪਾਂ ਸਾਰਿਆਂ ਨੇ ਦੇਖਿਆ ਕਿ ਲੋਕਾਂ ਦੀ ਵੈਕਸੀਨਾਂ ਨੂੰ ਪ੍ਰਾਈਵੇਟ ਹਸਪਤਾਲਾਂ 'ਚ ਵੇਚ ਕੇ ਪੈਸੇ ਬਟੋਰਨ ਦਾ ਕੰਮ ਮੰਤਰੀ ਨੇ ਤੇ ਸਰਕਾਰ ਨੇ ਕੀਤਾ, ਤੇ ਕੈਪਟਨ ਸਾਹਿਬ ਨੇ ਕਲੀਨ ਚਿੱਟ ਦੇ ਕੇ ਕੋਈ ਉੱਥੇ ਕੁਝ ਨਹੀਂ ਕੀਤਾ। ਜਿਹਦੇ ਕਰਕੇ ਮੈਂ ਪ੍ਰਸ਼ਾਸਨ ਨੂੰ ਕਿਹਾ ਕਿ ਹੁਣ ਸਾਰੇ ਜਣੇ ਚਰਚਾ ਤੀਜੀ ਵੇਵ ਦੀ ਕਰ ਰਹੇ ਨੇ ਕਿ ਕਰੋਨਾ ਦੇ ਤੀਜੀ ਵੇਵ 'ਚ ਬੱਚਿਆਂ ਦੇ ਉੱਤੇ ਬਹੁਤ ਅਸਰ ਪਊਗਾ ਤੇ ਸਾਡੀ ਕੀ ਤਿਆਰੀ, ਕਿਉਂਕਿ ਇੱਥੇ ਜੱਚਾ ਬੱਚਾ ਹਸਪਤਾਲ ਆਪ ਮੈਂ ਬਣਵਾ ਕੇ ਇੱਥੇ ਗਈ ਸੀ, ਸਾਡੀ ਸਰਕਾਰ ਨੇ ਬਣਾਈ ਸੀਗੀ ਤਾਂ ਕਿ ਜਿਹੜੀ ਚੀਜ਼ ਦੀ ਘਾਟ ਕਮੀ ਪੂਰੇ ਜ਼ਿਲ੍ਹੇ 'ਚ ਸੀ, ਆਪਾਂ ਬਹੁਤ ਵਧੀਆ ਹਸਪਤਾਲ ਬਣਾਇਆ ਸੀ, ਉਹਨੂੰ ਆਪਾਂ ਕੀ ਕੁਝ ਕਰ ਸਕਦੇ ਹਾਂ। ਸੋ ਸਭ ਤੋਂ ਪਹਿਲੇ ਆਕਸੀਜਨ ਦੀ ਘਾਟ ਕਮੀ ਵਾਸਤੇ ਜਿਹੜੀ PSA ਪਲਾਂਟ ਵਾਸਤੇ 1.5 ਕਰੋੜ ਰੁਪਇਆ ਦਿੱਤਾ, ਉਹ ਪੈਸੇ ਹੁਣ ਕੇਂਦਰ ਤੋਂ ਆ ਗਏ ਨੇ। ਜਿਹਦੇ ਕਰਕੇ ਮੈਂ ਕਿਹਾ ਕਿ ਹੁਣ ਜਿਹੜਾ ਜੱਚਾ ਬੱਚਾ ਹਸਪੀਟਲ ਹੈ ਉਹਦੇ ਵਿੱਚ ਬੱਚਿਆਂ ਦੇ ਵਿੱਚ ਜੇ ਉਹਨਾਂ ਨੂੰ ਕਰੋਨਾ ਹੋਏ, ਕਿਉਂਕਿ ਉਹਨਾਂ ਦੀ ਮਸ਼ੀਨਾਂ ਅੱਡ ਹੁੰਦੀਆਂ ਨੇ, ਸਾਈਜ਼ ਛੋਟਾ ਹੁੰਦਾ ਹੈ, ਹਰ ਤਰ੍ਹਾਂ ਦਾ ਵੈਂਟੀਲੇਟਰ ਵੀ ਅੱਡ ਹੁੰਦਾ ਹੈ, ਸਭ ਕੁਝ ਅੱਡ ਹੁੰਦਾ ਹੈ, ਉਸ ਹਸਪਤਾਲ ਨੂੰ ਆਪਾਂ ਕਿਵੇਂ ਤਿਆਰ ਕਰ ਸਕਦੇ ਤਾਂ ਕਿ ਕਿਸੇ ਮਾਂ ਦਾ ਬੱਚਾ ਇਲਾਜ ਜਾਂ ਆਕਸੀਜਨ ਜਾਂ ਮਸ਼ੀਨ ਦੇ ਕਾਰਨ ਕਿਸੇ ਬੱਚੇ ਦੀ ਮੌਤ ਨਾ ਹੋਏ ਇਸ ਕਰੋਨਾ ਦੀ ਬਿਮਾਰੀ। ਜਿਹਦੇ ਕਰਕੇ
ADC ਸਾਹਿਬ ਨੇ ਪੂਰੀ ਲਿਸਟ ਬਣਾ ਕੇ ਲੈ ਕੇ ਕਿ ਕਿਹੜੀ ਇਕਵਿਪਮੈਂਟ ਦੀ ਲੋੜ ਹੈ, ਉਹਦੇ ਵਾਸਤੇ ਤਕਰੀਬਨ 50 ਲੱਖ ਦੀ ਗ੍ਰਾਂਟ ਦੀ ਲੋੜ ਹੈ ਜਿਹੜੀ ਮੈਂ ਉਹਨਾਂ ਨੂੰ ਦੇ ਰਹੀ ਹਾਂ। ਮੋਹਾਲੀ ਸ਼ਹਿਰ ਦੇ ਅਧਿਆਪਕਾਂ ਦੇ ਲਾਠੀ ਚਾਰਜ ਹੋਇਆ ਜੀ, ਰੁਜ਼ਗਾਰ ਮੰਗਣ ਗਏ ਸੀ ਕਿਹਨਾਂ ਦੇ ਉੱਤੇ? ਅਧਿਆਪਕਾਂ ਦੇ। ਬੜੀ ਸ਼ਰਮ ਦੀ ਗੱਲ ਹੈ ਕਿ ਇਹ ਸਰਕਾਰ ਜਿਨ੍ਹਾਂ ਨੇ ਘਰ ਘਰ ਨੌਕਰੀ ਦਾ ਵਾਅਦਾ ਦਿੱਤਾ ਸੀ, ਕਿਸਾਨਾਂ ਦਾ ਕਰਜ਼ਾ ਮਾਫ ਕਰਨ ਦਾ ਵਾਅਦਾ ਕੀਤਾ ਸੀ, ਬੇਰੋਜ਼ਗਾਰੀ ਭੱਤਾ ਦੇਣ ਦਾ ਵਾਅਦਾ ਕੀਤਾ ਸੀ, ਅੱਜ ਜਦ ਪੰਜਾਬ ਜਵਾਬ ਮੰਗ ਰਿਹਾ ਹੈ, ਜਦ ਮੁਲਾਜ਼ਮ ਜਵਾਬ ਮੰਗ ਰਹੇ ਨੇ, ਜਦ ਬੇਰੋਜ਼ਗਾਰ ਜਵਾਬ ਮੰਗ ਰਹੇ ਨੇ, ਤੇ ਫਿਰ ਭਾਵੇਂ ਟੀਚਰ ਹੋਏ ਭਾਵੇਂ ਕੋਈ ਹੋਰ ਵਰਗ ਹੋਏ ਉਹਨਾਂ ਨੂੰ ਜਵਾਬ ਤਾਂ ਕਿੰਦਾ ਬਲਕਿ ਡਾਂਗਾਂ ਦੇ ਨਾਲ ਉਹਨਾਂ ਦੀ ਇਹੋ ਜਿਹੀ ਮਾਰਕੁੱਟ ਕੀਤੀ ਜਾਂਦੀ ਹੈ ਕਿ ਆਪਣੀ ETT ਟੀਚਰਾਂ ਬੀਬੀਆਂ ਨੂੰ ਦੇਖ ਲਓ, ਉਹਨਾਂ ਦੇ ਬਾਲ ਪੁੱਟ ਕੇ ਚੁੰਨੀਆਂ ਪੱਟ ਕੇ ਕੀ ਹਾਲ ਕੀਤਾ ਜਾਂਦਾ ਹੈ। ਤੇ ਨੌਕਰੀਆਂ ਆਪ ਦੀ ਕੁਰਸੀ ਬਚਾਉਣ ਵਾਸਤੇ ਜਿਨ੍ਹਾਂ ਦੇ ਕੋਲ ਕਰੋੜਾਂ ਦੇ ਗੱਡੀਆਂ ਚਲਾਉਂਦੇ ਨੇ, ਜਿਨ੍ਹਾਂ ਦੇ ਪੁੱਤ, ਉਹਨਾਂ ਨੂੰ ਨੌਕਰੀਆਂ ਦਿੱਤੀਆਂ ਜਾਂਦੀਆਂ। ਇਹ ਸਰਕਾਰ ਦੀ ਕਰਪਸ਼ਨ, ਕਾਂਗਰਸ ਤੇ ਕਰਪਸ਼ਨ ਇੱਕ ਸਿੱਕੇ ਦੇ ਦੋ ਪਹਿਲੂ। ਤੁਸੀਂ ਪਹਿਲੇ ਦੇਖਿਆ ਕਿ ਇਹਨਾਂ ਨੇ ਹਿੰਦੁਸਤਾਨ ਦੀ ਸਰਕਾਰ ਜਦ UPA 1 ਸੀਗੀ 1,75,000 ਕਰੋੜਾਂ ਦਾ ਘਪਲਾ, ਤੇ ਹੁਣ ਕੈਪਟਨ ਸਾਹਿਬ ਦੇ ਭਾਵੇਂ ਸਕਾਲਰਸ਼ਿਪ ਹੋ ਜਾਏ, ਭਾਵੇਂ ਵੈਕਸੀਨ ਹੋ ਜਾਏ, ਭਾਵੇਂ ਇੱਥੇ ਸ਼ਰਾਬ ਦਾ ਹੋ ਜਾਏ, ਭਾਵੇਂ ਸੈਂਡ ਦਾ ਹੋ ਜਾਏ, ਭਾਵੇਂ ਮਾਈਨਿੰਗ ਦਾ ਹੋ ਜਾਏ, ਹਰ ਚੀਜ਼ 'ਚ ਤੁਸੀਂ ਦੇਖੋ ਕੋਈ ਇਹੋ ਜਿਹਾ ਮਹਿਕਮਾ ਨਹੀਂ ਜਿੱਥੇ ਇਹਨਾਂ ਦੀ ਕਰਪਸ਼ਨ ਨਹੀਂ ਹੈ। ਅਜੇ ਇਹ ਸ਼ੁਰੂਆਤ ਹੈ, ਜਦ ਸਾਡੀ ਸਰਕਾਰ ਆਊਗੀ 100 ਗੁਣਾ ਹੋਰ ਕਰਪਸ਼ਨ ਸਾਹਮਣੇ ਲੈ ਕੇ ਆਵਾਂਗੇ। ਲੇਕਿਨ ਇੱਕ ਅਫਸਰ, ਇੱਕ ਮੰਤਰੀ ਨੇ ਜੋ ਕਰਪਸ਼ਨ ਕੀਤੀ ਹੈ ਉਹ ਵਸੂਲ ਕੇ ਵਿਆਜ ਸਮੇਤ ਭਾਵੇਂ ਇਹਨਾਂ ਦੀ ਨਿਲਾਮੀ ਕਰਨੀ ਪਏ, ਕੁੜਕੀ ਕਰਨੀ ਪਏ, ਕਰਕੇ ਖਜ਼ਾਨੇ ਨੂੰ ਭਰ ਕੇ ਲੋਕਾਂ ਦੀ ਸਹੂਲਤ ਉਹਨਾਂ ਨੂੰ ਵਾਪਸ ਦੇਵਾਂਗੇ। ਰਾਜਾ ਵੜਿੰਗ ਤੇ ਮਨਪ੍ਰੀਤ ਬਾਦਲ ਆਪਸ ਦੇ ਵਿੱਚ ਇੱਕ ਦੂਸਰੇ ਤੇ ਮਾਫੀਆ ਦਾ ਦੋਸ਼ ਲਾ ਰਹੇ ਨੇ। ਹਕੀਕਤ ਤਾਂ ਆਈ ਹੈਗੀ ਕਿ ਜਿਹੜਾ ਉੱਥੇ ਬਠਿੰਡਾ 'ਚ, ਜਿੱਥੇ ਮੈਂ ਬਠਿੰਡਾ ਥਰਮਲ, ਜਿਹੜਾ ਗੁਰੂ ਸਾਹਿਬ ਦੇ 500 ਸਾਲਾਂ 'ਚ ਗੁਰੂ ਨਾਨਕ ਸਾਹਿਬ ਜੀ ਦੇ ਨਾਂ ਦਾ ਥਰਮਲ ਐਲਾਨ ਬਣਾਇਆ ਗਿਆ ਸੀਗਾ, ਉਹਦੇ ਵਾਸਤੇ 550 ਕਰੋੜ ਰੁਪਏ ਨਵੀਨੀਕਰਨ ਵਾਸਤੇ 2014 'ਚ 9 'ਚ ਮੈਂ ਆਪ ਲੈ ਕੇ ਆਈ ਸੀ ਐਜ਼ ਮੈਂਬਰ ਆਫ ਪਾਰਲੀਮੈਂਟ। ਤੇ ਜਿਹੜਾ ਵਿੱਤ ਮੰਤਰੀ ਕਹਿੰਦਾ ਸੀਗਾ ਕਿ ਇੱਥੇ ਜਹਾਜ਼ਾਂ ਦੀ ਫੈਕਟਰੀ ਤੇ ਹੋਂਡਾ ਦੀ ਫੈਕਟਰੀ ਤੇ ਧੂਆਂ ਨਿਕਲੂਗਾ, ਉਹ ਲਾਣਾ ਤੇ ਕਿਸੇ ਜ਼ਮੀਨ ਹੜਪਣ ਵਾਸਤੇ ਉਸ ਥਰਮਲ ਨੂੰ ਹੀ ਬੰਦ ਕਰਤਾ, ਹਜ਼ਾਰਾਂ ਨੂੰ ਬੇਰੋਜ਼ਗਾਰ ਕਰ ਦਿੱਤਾ ਗਿਆ। ਤੇ ਜਦ ਜ਼ਮੀਨ ਹੜਪਣ 'ਚ ਅਸੀਂ ਨਾਕਾਮ ਕਰਤਾ ਤੇ ਫਿਰ ਉੱਥੇ ਨਾਜਾਇਜ਼ ਮਾਈਨਿੰਗ ਜਿਸ ਤਰ੍ਹਾਂ ਦੀ ਸ਼ੁਰੂ ਹੋਈ, ਜਿਹੜਾ ਸਾਡੇ ਸਰੂਪ ਸਿੰਘਲਾ ਜੀ ਨੇ ਜਗ ਜ਼ਾਹਿਰ ਕੀਤਾ, ਤੇ ਕਿਵੇਂ JCB ਦੇ ਨਾਲ ਉਹਨਾਂ ਦੇ ਉੱਤੇ ਜਾਨਲੇਵਾ ਹਮਲਾ ਕੀਤਾ ਗਿਆ। ਤੇ ਕੈਪਟਨ ਸਾਹਿਬ ਦੇ ਨੋਟਿਸ 'ਚ ਜਦ ਇਹ ਗੱਲ ਆਪਾਂ ਲੈ ਕੇ ਗਏ, ਜਦ ਸਾਰੇ ਪੱਤਰਕਾਰਾਂ ਨੇ, ਇੱਕ ਤਾਂ ਪੱਤਰਕਾਰਾਂ ਨੇ ਜਿੰਨੇ ਸਵਾਲ ਪੁੱਛੇ ਉਹਦੇ ਉੱਤੇ ਤਾਂ ਜਿਹੜੇ ਪਰਚੇ ਕੀਤੇ ਗਏ ਨੇ, ਲੇਕਿਨ TV 'ਚ ਜਦ ਚੱਲਿਆ ਤਾਂ ਇੱਕ ਕਮੇਟੀ ਬਿਠਾਤੀ ਜਿਸ ਕਮੇਟੀ ਨੇ ਅੱਜ ਤਾਈਂ ਕੁਝ ਨਹੀਂ ਕੀਤਾ ਹੈਗਾ, ਤੇ ਕਲੀਨ ਚਿੱਟ ਦਾ ਆਪਾਂ ਇੰਤਜ਼ਾਰ ਕਰ ਰਹੇ, ਜਿਹਦੇ ਬਾਅਦ ਆਪਾਂ ਅਗਲੀ ਸਟੈਪ ਕਦਮ ਚੱਕਾਂਗੇ। ਸੋ ਭਾਵੇਂ ਨਜਾਇਜ਼ ਸ਼ਰਾਬ, ਜਿੱਥੇ ਤੁਹਾਨੂੰ ਪਤਾ ਹੈ ਕਿ ਵਿੱਤ ਮੰਤਰੀ ਦੇ ਖਿਲਾਫ ਜਿਹੜਾ ਉਸ ਟਾਈਮ ਦਾ ਚੀਫ ਸੈਕਟਰੀ ਸੀਗਾ, ਜਦ ਪੁੱਛਿਆ ਗਿਆ ਕਿ ਇਸ ਤਰ੍ਹਾਂ ਐਕਸਾਈਜ਼ ਦੀ ਆਮਦਨ ਕਿਉਂ ਘਟੀ, ਉਹ ਕਹਿੰਦੇ ਜਦ ਤੁਹਾਡੇ ਵਰਗੇ ਹੀ ਨਜਾਇਜ਼ ਸ਼ਰਾਬ ਵੇਚੀ ਜਾਣਗੇ ਤੇ ਫਿਰ ਖਜ਼ਾਨੇ ਵਿੱਚ ਪੈਸੇ ਕਿੱਥੋਂ ਆਣਗੇ, ਜਦ ਮੰਤਰੀ ਨਜਾਇਜ਼ ਸ਼ਰਾਬ ਵੇਚ ਰਿਹਾ। ਸੋ ਇਹਦੇ ਵਿੱਚ ਕੋਈ ਸ਼ੱਕ ਨਹੀਂ, ਸਾਰਾ ਖਾਨਦਾਨ ਉਹਨਾਂ ਦਾ ਲੱਗਿਆ ਹੋਇਆ ਹੈ। ਜੀਜਾ ਸਾਲਾ ਉੱਥੇ ਰੇੜੀਆਂ ਤੱਕ ਇਹ ਵਸੂਲੀ ਕਰਦੇ ਨੇ। ਸੋ ਭਾਵੇਂ ਗੁੰਡੇ ਨਾਲ ਦੇ ਹਲਕੇ ਦੇ ਹੋਣ ਜਾਂ ਬਠਿੰਡੇ ਹਲਕੇ ਦੇ ਹੋਣ ਜਾਂ ਗਿੱਦੜਵੇ ਹਲਕੇ ਦੇ ਹੋਣ, ਕਾਂਗਰਸ ਦਾ ਕਿਹੜਾ ਨੇਤਾ ਹੈ ਅੱਜ ਉਹ ਫੜੀ ਗਈ ਹੈ ਕਿ 700 ਕਰੋੜ ਦੀ ਹੈਰੋਇਨ ਫੜੀ ਗਈ ਹੈ, ਕਾਂਗਰਸੀ MLA ਨਾਲ ਲਿੰਕੇਜ ਹੈਗੇ, ਕਾਂਗਰਸ ਦਾ ਵਰਕਰ ਹੈਗਾ। ਸੁਖਬੀਰ ਜੀ ਨੇ ਨਜਾਇਜ਼ ਮੈਨਿੰਗ ਬਿਆਸ ਤੇ, ਜਿੱਥੇ SSB ਉਹਨਾਂ ਦਾ ਕਾਂਗਰਸ ਦੇ ਮੰਤਰੀ ਦਾ ਰਿਸ਼ਤੇਦਾਰ ਹੈਗਾ, ਸ਼ਰੇਆਮ ਕਰਾਇਆ। ਸੋ ਇੱਕ ਪੂਰੀ ਕਾਂਗਰਸ ਭ੍ਰਿਸ਼ਟਾਚਾਰ 'ਚ ਲਿਪਤ ਇਹਨਾਂ ਨੇ ਲੋਕਾਂ ਦੇ ਹੱਕਾਂ ਨੂੰ ਲੁੱਟਿਆ ਹੈਗਾ 4.5 ਸਾਲਾਂ ਤੋਂ, ਜਿਹਦੇ ਕਰਕੇ ਪੰਜਾਬ ਦੀ ਗਰੀਬੀ ਵਧੀ ਹੈ ਤੇ ਪੰਜਾਬ ਦੇ ਉੱਤੇ ਲੋਕਾਂ ਦਾ ਉਹਨਾਂ ਦਾ ਬੋਝ ਵਧਿਆ।